ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੇਤਾ ਜੀਉ ਬਿਨ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਦੂਧ ਤਬ ਅਛਰੈ ਤਨੈ ਬਿਟਾਰਿਓ। ਫੂਲ ਭਵਰ ਜਲ ਮੀਨ ਵਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ। ਅਵਰ ਨ ਫੂਲ ਅਨੂਪ ਨ ਪਾਵੋ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ, ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਗੁਜਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ, ਉਹਨਾਂ ਦਾ ਪਾਵਨ ਇੱਕ ਸ਼ਬਦ ਇੱਥੇ ਆਇਆ ਹੈ। ਇਸ ਤੋਂ ਅੱਗੇ ਭਗਤ ਤਰਲੋਚਨ ਜੀ ਦੀ ਬਾਣੀ ਆ ਰਹੀ ਹੈ। ਸਵਾਓ ਅੰਮ੍ਰਿਤ ਬਾਣੀ ਦੀ ਪਾਵਨ ਵਿਚਾਰ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਲਈਏ। ਭਗਤ ਰਵਿਦਾਸ ਜੀ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 525 ਤੇ ਸੁਭਾਏਮਾਨ ਹੈ। ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਦੇ ਦੁਆਰਾ ਜੋ ਉਪਦੇਸ਼ ਕਰ ਰਹੇ ਹਨ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਇਹ ਰੱਬ ਦੀ ਭਗਤੀ ਹੋ ਗਈ। ਠੀਕ ਹੈ, ਸ਼ੁਰੂਆਤ ਦੇ ਵਿੱਚ ਠੀਕ ਹੈ, ਪਰ ਅਸਲ ਭਗਤੀ ਇਹ ਹੈ ਕਿ ਤੇਰਾ ਸਵਾਸ ਸਵਾਸ ਰੱਬ ਨੂੰ ਸਮਰਪਿਤ ਹੋ ਜਾਵੇ। ਹਰ ਇੱਕ ਦਿਨ, ਹਰ ਇੱਕ ਛਿਨ, ਹਰ ਇੱਕ ਪਲ ਜੀਵਨ ਦਾ ਵਾਹਿਗੁਰੂ ਦੀ ਯਾਦ ਦੇ ਵਿੱਚ ਗੁਜ਼ਰੇ ਤਾਂ ਭਗਤੀ ਹੈ। ਤੇ ਜੇਕਰ ਮਨੁੱਖ ਸਾਰੀ ਉਮਰ ਕਰਮ ਕਾਂਡ ਕਰਦਾ, ਭਾਵ ਥੋੜ੍ਹਾ ਜਿਹਾ ਕਰ ਲਿਆ, ਪਰ ਪ੍ਰਮਾਤਮਾ ਨੂੰ ਸਮਰਪਿਤ ਨਹੀਂ ਹੋਇਆ, ਅੰਦਰੋਂ ਨਹੀਂ ਜੁੜਿਆ, ਐਸਾ ਮਨੁੱਖ ਜਿੰਨਾ ਮਰਜ਼ੀ ਕਰਮ ਕਾਂਡ ਕਰੀ ਜਾਵੇ, ਉਹ ਲਾਭ ਨਹੀਂ ਲੈ ਸਕਦਾ। ਤੇ ਇਸ ਤਰ੍ਹਾਂ ਦੇ ਲੋਕ ਅਕਸਰ ਬਾਹਰਲੇ ਰਹਿੰਦੇ ਨੇ, ਬੜੇ ਪਰਪੱਕ ਰਹਿੰਦੇ ਨੇ ਵੀ ਮੈਨੂੰ ਤਾਂ ਸਾਰੀ ਉਮਰ ਹੋ ਗਈ ਇੱਦਾਂ ਕਰਦੇ ਹਾਂ। ਭਗਤ ਰਵਿਦਾਸ ਜੀ ਕਹਿੰਦੇ, ਭਲਿਆ ਅਸਲ ਵਿੱਚ ਤੂੰ ਆਪਣਾ ਜੀਵਨ ਰੱਬ ਨੂੰ ਸਮਰਪਿਤ ਕਰ ਦੇ, ਹਰ ਇੱਕ ਸਵਾਸ। ਇਹੀ ਗੁਰਮਤਿ ਦਾ ਵੀ ਫਲਸਫਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਸ ਸਾਸ ਸਿਮਰੋ ਗੋਬਿੰਦ। ਇਹਨਾਂ ਕੁ ਵਾਹਿਗੁਰੂ ਨੂੰ ਸਮਰਪਿਤ ਹੋ ਜਾ ਕਿ ਹਰ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਭਗਤ ਰਵਿਦਾਸ ਜੀ ਗੁਜਰੀ ਰਾਗ ਦੇ ਵਿੱਚ ਉਹਨਾਂ ਦੇ ਇਹ 5 ਪਦੇ ਇੱਥੇ ਸ਼ਬਦ ਆਇਆ ਹੈ। ਘਰ ਦੇ ਵਿੱਚ ਤਾਲ ਦੇ ਮੁਤਾਬਕ ਗਾਣ ਦਾ ਹੁਕਮ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕੋ ਹੈ, ਅਦੁੱਤੀ ਸ਼ਕਤੀ ਹੈ, ਸੰਸਾਰ ਨੂੰ ਪਾਲਣ ਵਾਲਾ, ਸੰਭਾਲਣ ਵਾਲਾ, ਸਿਰਜਣ ਵਾਲਾ ਔਰ ਲੈਅ ਕਰਨ ਵਾਲਾ ਹੈ। ਉਸ ਤੱਕ ਮਨੁੱਖ ਨੇ ਪਹੁੰਚਣਾ ਹੈ।
ਉਹ ਕਿਵੇਂ ਪਹੁੰਚਿਆ ਜਾਵੇਗਾ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਦੇ ਰੱਬ ਨੂੰ ਭੇਟ ਕਰਨਾ ਸੀ, ਪਰ ਤੂੰ ਤਾਂ ਇਹ ਹੋਰ ਹੀ ਕਰਮਾਂ ਵਿੱਚ ਲੱਗ ਗਿਆ ਹੈ। ਜੇ ਤੂੰ ਕਹੇ ਵੀ ਮੈਂ ਪਰਮਾਤਮਾ ਨੂੰ ਸੁੱਚੀਆਂ ਚੀਜ਼ਾਂ ਭੇਟ ਕਰ ਰਿਹਾ, ਤਾਂ ਇਹ ਤਾਂ ਸਾਰੀਆਂ ਝੂਠੀਆਂ ਹਨ। ਆਪਾਂ ਕਹਿੰਦੇ ਆ ਨਾ ਸੁੱਚੇ ਦੁੱਧ ਦਾ ਭੋਗ ਲਵਾਈਏ, ਤੇ ਭਗਤ ਰਵਿਦਾਸ ਜੀ ਕਹਿੰਦੇ ਦੁੱਧ ਤਾਂ ਪਹਿਲਾਂ ਬੱਚੇ ਨੇ ਝੂਠਾ ਕੀਤਾ ਹੈ। दूध ता बछरै थनै बिटारिओ। ਉਹਨੇ ਗਊ ਮੈਂਸ ਦੇ ਦੁੱਧ ਨੂੰ ਬੱਚੇ ਨੇ ਉਹਦੇ ਨੇ ਪੀਤਾ ਹੈ, ਝੂਠਾ ਕੀਤਾ ਹੈ। ਫੂਲ ਭਵਰ ਜਲ ਮੀਨ ਵਿਗਾਰਿਓ। ਫੁੱਲਾਂ ਨੂੰ ਭਵਰਾ ਗੰਦਾ ਕਰਦਾ ਹੈ। ਮੱਖੀਆਂ ਫੁੱਲਾਂ 'ਤੇ ਬਹਿੰਦੀਆਂ ਨੇ, ਸ਼ਹਿਦ ਦੀਆਂ, ਭਵਰੇ ਵੀ ਉੱਤੇ ਬੈਠੇ ਰਹਿੰਦੇ ਨੇ ਕਿੰਨਾ ਕਿੰਨਾ ਸਮਾਂ। ਉਹ ਮੱਖੀ, ਉਹ ਭਵਰਾ ਗੰਦੀ ਥਾਂ 'ਤੇ ਵੀ ਬੈਠ ਕੇ ਆਇਆ ਹੈ, ਉਹ ਫੁੱਲਾਂ 'ਤੇ ਵੀ ਬੈਠਾ ਹੈ ਆ ਕੇ। ਅਤੇ ਇਸ ਤੋਂ ਅੱਗੇ ਤੇ ਭਗਤ ਰਵਿਦਾਸ ਜੀ ਕਹਿੰਦੇ ਵੇਖੋ, ਮੱਛੀ ਦਾ ਤਾਂ ਸਾਰਾ ਕੁਝ ਹੁੰਦਾ ਹੀ ਪਾਣੀ ਵਿੱਚ ਹੈ। ਮੱਛੀ ਖਾਣਾ ਪੀਣਾ ਜੀਵਨ, ਉਹਦੀ ਸਾਰੇ ਜੀਵਨ ਦੀ ਕਿਰਿਆ ਜੋ ਉਹ ਆਪਣੇ ਸਰੀਰ ਵਿੱਚੋਂ ਤਿਆਗਦੀ ਹੈ ਮੈਲ, ਉਹ ਸਰੀਰ ਸਾਰਾ ਕੁਝ ਉਹਦਾ ਪਾਣੀ ਦੇ ਵਿੱਚ ਹੀ ਹੋ ਰਿਹਾ ਹੈ। ਫਿਰ ਪਾਣੀ ਕਿਵੇਂ ਨਿਰਮਲ ਹੋ ਗਿਆ? ਭਾਵ ਜਿਹੜੇ ਲੋਕ ਇਸ ਚੀਜ਼ ਨੂੰ ਇੱਦਾਂ ਲੈ ਕੇ ਚੱਲਦੇ ਨੇ ਵੀ ਇਹ ਚੀਜ਼ਾਂ ਪਵਿੱਤਰ ਨੇ ਜੀ, ਭਗਤ ਰਵਿਦਾਸ ਜੀ ਕਹਿੰਦੇ ਇਹ ਚੀਜ਼ਾਂ ਪਵਿੱਤਰ ਨਹੀਂ ਹਨ। ਪਵਿੱਤਰ ਤੂੰ ਹੋਣਾ ਹੈ ਤੇ ਉਹ ਕੇਵਲ ਰੱਬ ਦੀ ਬੰਦਗੀ ਨਾਲ ਹੋਵੇਗਾ, ਸਿਮਰਨ ਦੇ ਨਾਲ ਹੋਵੇਗਾ। ਜੇ ਆਪਾਂ ਕਹੀਏ ਸਾਡਾ ਇਹ ਤਨ, ਇਹ ਵੀ ਕਦੀ ਪਵਿੱਤਰ ਨਹੀਂ ਹੁੰਦਾ। ਜੇ ਆਪਾਂ ਇਹਨੂੰ ਦੇਖੀਏ ਨਾ, ਤੇ ਇਹ ਹਰ ਸਮੇਂ ਇਹ ਸਰੀਰ ਮੈਲ ਦਾ ਬਣਿਆ ਹੋਇਆ। ਇਹਦੇ ਵਿੱਚੋਂ ਹਰ ਸਮੇਂ ਅੱਖਾਂ ਦੇ ਵਿੱਚੋਂ, ਕੰਨਾਂ ਦੇ ਵਿੱਚੋਂ, ਸਾਰੇ ਸਰੀਰ ਦੇ ਵਿੱਚੋਂ ਜਿਹੜੀ ਹੈ ਉਹ ਗੰਦਗੀ, ਬਦਬੂ, ਮੈਲ ਨਿਕਲਦੀ ਹੈ। ਅਸਲ ਵਿੱਚ ਆਪਣਾ ਜੀਵਨ ਸਮਰਪਿਤ ਕਰਨਾ ਸੀ, ਪਰ ਲੋਕ ਇਹਨਾਂ ਕਰਮ ਕਾਂਡਾਂ ਵਿੱਚ ਉਲਝ ਗਏ। ਇਹਦਾ ਭਾਵ ਇਹ ਨਹੀਂ ਕਿ ਆਪਾਂ ਸਫਾਈ ਨਹੀਂ ਰੱਖਣੀ, ਸਫਾਈ ਰੱਖਣੀ ਹੈ, ਪਰ ਜੇ ਤੂੰ ਸੋਚੇ ਇੱਦਾਂ ਤੂੰ ਸੁੱਚਾ ਹੋ ਜਾਏਗਾ, ਇੱਦਾਂ ਨਹੀਂ ਸੁੱਚਾ ਹੋ ਸਕਦਾ, ਕਿਉਂਕਿ ਇਹ ਤਾਂ ਝੂਠੀਆਂ ਚੀਜ਼ਾਂ ਨੇ। ਅਤੇ ਝੂਠੀਆਂ ਚੀਜ਼ਾਂ ਭੇਟ ਕਰਕੇ ਤੂੰ ਕਿਵੇਂ ਸੁੱਚਾ ਹੋ ਸਕਦਾ ਹੈ? ਕਦੇ ਵੀ ਨਹੀਂ, ਕਿਉਂਕਿ ਝੂਠੀਆਂ ਚੀਜ਼ਾਂ ਭੇਟਾ ਕਰ ਰਿਹਾ ਹੈ। ਫਿਰ ਉਹ ਵਾਹਿਗੁਰੂ ਪਰਮਾਤਮਾ ਕੋਈ ਮੂਰਤੀ ਵਿੱਚ ਨਹੀਂ ਬੈਠਾ, ਕੋਈ ਪੱਥਰ ਦੇ ਵਿੱਚ ਨਹੀਂ ਬੈਠਾ ਹੈ। ਜਿਹਨੂੰ ਤੂੰ ਭੋਗ ਲਵਾ ਰਿਹਾ ਹੈ, ਜਿਹਨੂੰ ਜਲ ਦਾ ਇਸ਼ਨਾਨ ਕਰਾ ਰਿਹਾ ਹੈ, ਜਿਹਨੂੰ ਫੁੱਲਾਂ ਦੀ ਮਾਲਾ ਪਾ ਰਿਹਾ ਹੈ, ਇਸ ਤਰ੍ਹਾਂ ਸੋਚਦਾ ਵੀ ਮੈਂ ਰੱਬ ਦੀ ਪੂਜਾ ਕਰ ਰਿਹਾ, ਇਹ ਰੱਬ ਦੀ ਪੂਜਾ ਨਹੀਂ ਹੈ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ। ਹੇ ਮਾਂ, ਮੈਂ ਰੱਬ ਦੀ ਪੂਜਾ, ਪਰਮਾਤਮਾ ਦੀ ਪੂਜਾ ਕਿਵੇਂ ਕਰਾਂ? ਕੀ ਭੇਟਾ ਕਰਾਂ? ਕੀ ਭੇਟਾ ਕਰਾਂ ਉਹ ਰੱਬ ਖੁਸ਼ ਹੋ ਜਾਵੇ? ਇਹਨਾਂ ਕਰਮਾਂ ਨਾਲ ਤੇ ਹੁੰਦਾ ਨਹੀਂ ਵੀ ਉਹਨੂੰ ਦੁੱਧ ਦਾ ਭੋਗ ਲਵਾਤਾ ਅਤੇ ਉਹਨੂੰ ਜਲ ਨਾਲ ਇਸ਼ਨਾਨ ਕਰਾਤਾ, ਫੁੱਲਾਂ ਦੀ ਮਾਲਾ ਪਾਤੀ, ਕਿਉਂਕਿ ਸਾਰੀਆਂ ਚੀਜ਼ਾਂ ਝੂਠੀਆਂ ਹਨ। ਇਹਨਾਂ ਕਰਮਾਂ ਵਿੱਚ ਨਹੀਂ ਉਲਝਣਾ। ਅਸਲ ਵਿੱਚ ਭਗਤ ਜੀ ਕਹਿੰਦੇ ਨੇ ਵੀ ਤਨ ਮਨ ਭੇਟ ਕਰਕੇ ਉਹਦੀ ਵਾਹਿਗੁਰੂ ਦੀ ਸਿਫਤ ਗਾਇਆ ਕਰੋ। ਅਵਰ ਨਾ ਫੂਲ ਅਨੂਪ ਨਾ ਪਾਵੋ। ਹੋਰ ਕੋਈ ਸੁੱਚੇ ਫੁੱਲ ਹੈ ਹੀ ਨਹੀਂ ਜਿਹੜੇ ਪਾਵਾਂ, ਜਿਸ ਕਰਕੇ ਮੈਨੂੰ ਉਹ ਰੱਬ ਮਿਲ ਜਾਵੇ, ਪਰਮਾਤਮਾ ਮਿਲ ਜਾਵੇ। ਕੋਈ ਚੀਜ਼ ਸੁੱਚੀ ਆਪਾਂ ਦੇਖੀਏ ਦੁਨੀਆ ਦੇ ਵਿੱਚ, ਇਸ ਤਰ੍ਹਾਂ ਆਪਾਂ ਨੂੰ ਪ੍ਰਾਪਤ ਨਹੀਂ ਹੋਵੇਗੀ, ਨਹੀਂ ਮਿਲੇਗੀ। ਸੁੱਚਾ ਹੋਣਾ ਕੇਵਲ ਮਨੁੱਖ ਨੇ। ਆਸਾ ਕੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚਮਤਾ ਤਾਂ ਆਵੇਗੀ ਜਦੋਂ ਸੱਚ ਨੂੰ ਪਾ ਲੇਗਾ। ਉਸ ਤੋਂ ਪਹਿਲਾਂ ਤੂੰ ਝੂਠਾ ਹੈ, ਤੇਰਾ ਸਾਰਾ ਕਰਮ ਝੂਠਾ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੈ ਝੂਠੇ ਜਾਵੈ ਝੂਠੇ, ਝੂਠੇ ਮਰੈ ਅਭਾਗੇ। ਕਹੋ ਪੰਡਤ ਕੌਣ ਸੂਚਾ ਠਾਉ, ਜਾਂ ਬੈਠੋ ਭੋਜਨ ਖਾਓ। ਉਹ ਕਹਿੰਦੇ ਸਾਰਾ ਕੁਝ ਹੀ ਝੂਠਾ। ਪੰਡਤ ਜੀ ਦੱਸੋ ਕਿਹੜੀ ਥਾਂ ਸੁੱਚੀ ਹੈ? ਕੋਈ ਜਗ੍ਹਾ ਸੁੱਚੀ ਨਹੀਂ ਹੈ।
ਹਾਂ, ਮਨੁੱਖ ਦਾ ਮਨ ਸੁੱਚਾ ਹੋ ਸਕਦਾ ਹੈ, ਪਰ ਉਹ ਤਾਂ ਹੋ ਸਕਦਾ ਹੈ, ਜੀਵਨ ਇਹਦਾ ਸੁੱਚਾ ਸਾਫ ਨਿਰਮਲ ਤਾਂ ਹੋ ਸਕਦਾ ਹੈ ਜਦੋਂ ਸੱਚ ਨੂੰ ਪਾ ਲਵੇ। ਸੁੱਚ ਹੋਵੇ ਤਾਂ ਸੁੱਚਮਤਾ ਹੋਵੇਗੀ। ਸੱਚ ਪਾਈਏ ਜਦੋਂ ਸੱਚ ਨੂੰ ਪਾ ਲਵੇਂ। ਇਹਦਾ ਅਰਥ ਤੁਸੀਂ ਇਹ ਵੀ ਕਈ ਵਾਰ ਸੁਣੋਗੇ ਜਾਂ ਸੁਣਦੇ ਹੋ, ਸੁੱਚ ਹੋਵੇ ਤਾਂ ਸੱਚ ਪਾਈਏ, ਵੀ ਸੁੱਚਮਤਾ ਹੋਵੇਗੀ ਤਾਂ ਸੱਚ ਮਿਲੇਗਾ। ਸੁੱਚ ਹੋਵੇ ਤਾਂ ਸੱਚ ਪਾਈ, ਜੇ ਤਾਂ ਨੂੰ ਪਿੱਛੇ ਲਾ ਤਾਂ ਅਰਥ ਗਲਤ ਹੋ ਜਾਵੇਗਾ। ਜੇ ਵਿਸ਼ਰਾਮ ਗਲਤ ਕਰਤਾ ਨਾ ਬਾਣੀ ਦਾ, ਸੁੱਚ ਹੋਵੇ ਤਾਂ ਸੱਚ ਪਾਈਏ, ਅਰਥ ਗਲਤ ਹੋ ਜਾਵੇਗਾ। ਤਾਂ ਜਿਹੜਾ ਉਹ ਸੁੱਚਮਤਾ ਦੇ ਨਾਲ ਹੀ ਆਉਣਾ, ਅਗਲੇ ਅੱਖਰਾਂ ਦੇ ਨਾਲ। ਕਿਉਂਕਿ ਜੇ ਸੁੱਚਮਤਾ ਨਾਲ ਰੱਬ ਮਿਲਦਾ ਹੋਵੇ ਫਿਰ ਤੇ ਗੱਲ ਹੀ ਸੋਚੀ ਹੈ, ਫਿਰ ਤੇ ਗੱਲ ਸੌਖੀ ਹੈ ਬਿਲਕੁਲ। ਜੇ ਇਹ ਬਾਹਰਲੀ ਸੁੱਚ ਰੱਖਣ ਨਾਲ ਹੀ ਸੱਚ ਮਿਲਦਾ ਹੋਵੇ, ਰੱਬ ਮਿਲਦਾ ਹੋਵੇ, ਫਿਰ ਤੇ ਕੋਈ ਵੱਡੀ ਗੱਲ ਹੈ ਹੀ ਨਹੀਂ। ਫਿਰ ਤੇ ਹਰ ਇੱਕ ਬੰਦਾ ਸੁੱਚਮਤਾ ਰੱਖ ਲਏਗਾ। ਕੇਸ਼ੀ ਇਸ਼ਨਾਨ ਕਰਨਾ, ਹਰ ਸਮੇਂ ਸਾਫ ਕੱਪੜੇ ਪਾ ਕੇ ਰੱਖਣੇ, ਜਾਂ ਇਸ ਤਰ੍ਹਾਂ ਦੀ ਇਹ ਸਾਰੇ ਕਰਮ ਕਰਨੇ, ਇਹ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਹੈ। ਇਹ ਤਾਂ ਹਰ ਕੋਈ ਕਰ ਸਕਦਾ ਹੈ। ਵੀ ਬਾਹਰਲੀ ਸੁੱਚਮਤਾ ਰੱਖ ਲਵੋ, ਤੁਹਾਨੂੰ ਰੱਬ ਮਿਲ ਜਾਵੇਗਾ। ਅਸਲ ਵਿੱਚ ਸੱਚ ਨੂੰ ਮਿਲ ਕੇ ਹੀ ਤੂੰ ਸੁੱਚਾ ਹੋਵੇਗਾ। ਸੁੱਚ ਹੋਵੇ ਤਾਂ ਪਵਿੱਤਰਤਾ ਤਾਂ ਹੋਵੇਗੀ ਜਦੋਂ ਸੱਚ ਨਾਲ ਜੁੜਾਂਗੇ। ਉਸ ਤੋਂ ਪਹਿਲਾਂ ਬੰਦਾ ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਉਸ ਤੋਂ ਪਹਿਲਾਂ ਤਾਂ ਮਨੁੱਖ ਝੂਠਾ ਹੀ ਆਇਆ, ਝੂਠਾ ਹੀ ਜੰਮਦਾ, ਝੂਠਾ ਹੀ ਮਰਦਾ, ਜੀਵਦਾ ਅਤੇ ਮਰ ਜਾਂਦਾ ਹੈ। ਤੋ ਭਗਤ ਰਵਿਦਾਸ ਜੀ ਕਹਿੰਦੇ, ਕੋਈ ਐਸੀ ਸੁੱਚੀ ਚੀਜ਼ ਕਿਹੜੀ ਭੇਟਾ ਕਰਾਂ, ਕੋਈ ਦਿਖਾਈ ਦਿੰਦੀ ਨਹੀਂ ਹੈ। ਅਤੇ ਜਦੋਂ ਤੱਕ ਉਹਨੂੰ ਭੇਟਾ ਨਾ ਕਰੀ, ਉਹ ਪ੍ਰਾਪਤੀ ਕਿਵੇਂ ਹੋਵੇਗੀ? ਕੀ ਭੇਟਾ ਕਰਾਂ ਹੇ ਮਾਂ, ਉਹ ਰੱਬ ਮਿਲ ਜਾਵੇ। ਕਿਉਂਕਿ ਇਹ ਚੀਜ਼ਾਂ ਤਾਂ ਝੂਠੀਆਂ ਨੇ, ਜਿਨ੍ਹਾਂ ਨੂੰ ਵੇਖ ਕਰਕੇ ਜਿਹੜੇ ਕਰਮਕਾਂਡ ਵਿੱਚ ਦੁਨੀਆ ਉਲਝੀ ਹੋਈ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਮੈਂ ਲਾਗਰ ਬੇਰੇ ਹੈ ਭੁਜੰਗਾ, ਬਿਖ ਅੰਮ੍ਰਿਤ ਵਸੈ ਇੱਕ ਸੰਗਾ। ਮੈਂ ਲਾਗਰ, ਚੰਦਨ ਜਿਹੜਾ ਹੈ, ਉਹਨੂੰ ਸੱਪ ਲਿਪਟੇ ਰਹਿੰਦੇ ਨੇ ਹਰ ਸਮੇਂ। ਅਤੇ ਸੱਪ ਪਤਾ ਨਹੀਂ ਕਿਹੜੀ ਕਿਹੜੀ ਗੰਦੀ ਥਾਂ ਤੋਂ ਹੋ ਕੇ ਆ ਕੇ ਉਹਨੂੰ ਲਿਪਟਦੇ ਨੇ, ਅਤੇ ਉਹਨਾਂ ਦੇ ਸਰੀਰ ਦੀ ਵੀ ਕਿਰਿਆ ਉੱਥੇ ਹੁੰਦੀ ਹੈ। ਚੰਦਨ ਨੂੰ ਵੀ ਉਹਨਾਂ ਨੇ ਗੰਦਾ ਕਰਤਾ, ਅਪਵਿੱਤਰ ਕਰਤਾ। ਕਹਿੰਦੇ ਨੇ ਨਾ ਵੀ ਚੰਦਨ ਰਗੜ ਕੇ ਪਰਮਾਤਮਾ ਦੇ ਕਹਿੰਦੇ ਮੰਦਰ ਵਿੱਚ ਛਿੜਕਾਅ ਕਰੋ। ਆਪਾਂ ਗੁਰਦੁਆਰੇ ਛਿੜਕਾਅ ਕਰਦੇ ਹਾਂ। ਅਤੇ ਭਗਤ ਰਵਿਦਾਸ ਜੀ ਕਹਿੰਦੇ, ਭਲਿਆ ਇਹ ਤਾਂ ਜਿਹੜਾ ਛਿੜਕਾਅ ਤੂੰ ਕਰ ਰਿਹਾ ਹੈ, ਛਿੜਕਾਅ ਕਰਨਾ ਮਾੜਾ ਨਹੀਂ, ਪਰ ਇਹਨੂੰ ਦਿਮਾਗ ਵਿੱਚ ਹੋਰ ਚੀਜ਼ ਪਾ ਲਈ। ਇੱਦਾਂ ਜਿਹੜੀ ਸੁੱਚਮਤਾ ਰੱਖਣੀ ਮਾੜੀ ਨਹੀਂ ਹੈ, ਪਰ ਉਹਨੂੰ ਹੀ ਤੁਸੀਂ ਸਮਝ ਲਓ ਵੀ ਇਹ ਕਰਨ ਨਾਲ ਹੀ ਰੱਬ ਮਿਲੇਗਾ। ਆਪਾਂ ਬਾਣੀ ਨਾ ਪੜ੍ਹੀਏ, ਝੂਠ ਬੋਲੀ ਜਾਈਏ, ਮਾੜੇ ਕਰਮ ਕਰੀ ਜਾਈਏ, ਪਰ ਸੁੱਚਮਤਾ ਪੂਰੀ ਰੱਖੀਏ। ਰੁਮਾਲੇ ਪੂਰੇ ਧੋ ਕੇ ਸਾਫ਼ ਕਰਕੇ ਲਾਣੇ ਚਾਹੀਦੇ ਨੇ, ਗੰਦੇ ਰੁਮਾਲੇ ਨਹੀਂ ਲਾਣੇ ਚਾਹੀਦੇ। ਪਰ ਆਪਾਂ ਤਾਂ ਹੁਣ ਇੱਥੇ ਆ ਗਏ ਹਾਂ ਗੁਰਮੁਖੋ, ਵੀ ਵੇਖੋ ਦੁਕਾਨ ਵਿੱਚੋਂ ਉਹ ਜਿੱਥੋਂ ਆਪਾਂ ਲੈ ਕੇ ਆਉਂਦੇ ਹਾਂ ਰੁਮਾਲੇ, ਉਹ ਰੋਟੀ ਵੀ ਖਾਂਦੇ ਨੇ ਉੱਥੇ ਬਹਿ ਕੇ, ਚਾਹ ਵੀ ਪੀਂਦੇ ਨੇ, ਕਈ ਬੀੜੀਆਂ ਵੀ ਪੀਂਦੇ ਨੇ, ਜਰਦਾ ਵੀ, ਤੰਬਾਕੂ ਵੀ ਖਾਂਦੇ ਨੇ। ਅਤੇ ਉਹ ਪਤਾ ਨਹੀਂ ਕਿੰਨੇ ਕੁ ਗੰਦੇ ਹੱਥ ਸਰੀਰ 'ਤੇ ਖੁਰਕਦੇ ਨੇ, ਮੂੰਹ 'ਤੇ ਵੀ, ਸਿਰ 'ਤੇ ਵੀ ਖੁਰਕਦੇ ਨੇ। ਆਪਾਂ ਗਏ, ਉਹਨਾਂ ਨੇ ਸਾਨੂੰ ਦੇਤਾ ਰੁਮਾਲਾ, ਕੱਢ ਕੇ ਵਿਖਾਇਆ ਖੋਲ੍ਹ ਕੇ, ਵੇਖੋ ਜੀ ਰੁਮਾਲਾ, ਕਿੰਨੀ ਭੇਟਾ ਇੰਨੀ ਜੀ ਦੇਤੀ। ਉਵੇਂ ਹੀ ਲਿਆ ਕੇ ਆਪਾਂ ਗੁਰੂ ਗ੍ਰੰਥ ਸਾਹਿਬ 'ਤੇ ਚੜ੍ਹਾ ਦਿੰਦੇ ਹਾਂ। ਇਹ ਬੜੀ ਸੋਚਣ ਵਾਲੀ ਗੱਲ ਹੈ, ਬੜੀ ਡੂੰਘੀ ਗੱਲ ਹੈ। ਆਪਾਂ ਨੂੰ ਤਾਂ ਚਾਹੀਦਾ ਵੀ ਕੱਪੜਾ ਵੈਸੇ ਜਿਵੇਂ ਨੋਰਮਲ ਕੱਪੜੇ ਵਧੀਆ ਹੁੰਦੇ ਨੇ, ਇਸ ਤਰ੍ਹਾਂ ਦੇ ਰੁਮਾਲੇ ਹੋਣ, ਧੋ ਕੇ ਲਿਆ ਕੇ ਘਰ ਵਿੱਚ, ਅਤੇ ਉਹ ਚੰਗੀ ਤਰ੍ਹਾਂ ਪ੍ਰੈਸ ਕਰਕੇ ਧੋ ਕੇ ਸਾਫ ਸੁਥਰੇ ਮਾਲ ਨਾਲ ਨੂੰ ਚੜ੍ਹਾਏ ਜਾਣ। ਪਤਾ ਨਹੀਂ ਕਿੰਨੇ ਕੁ ਝੂਠੇ ਲੋਕ ਹੱਥ ਲਾ ਕੇ ਜਾਂਦੇ ਨੇ, ਉਹੀ ਆਪਾਂ ਲਿਆ ਕੇ ਚੜ੍ਹਾ ਦਿੰਦੇ ਹਾਂ। ਇਹ ਮਠਿਆਈਆਂ ਲਿਆਉਂਦੇ ਹਾਂ, ਪਤਾ ਨਹੀਂ ਕਿ ਬੀੜੀਆਂ ਕਿੰਨੀਆਂ ਕੋ ਤੰਬਾਕੂ ਖਾਂਦੇ ਨੇ, ਭਈਏ ਹੀ ਬਣਾਉਂਦੇ ਨੇ ਆਮ ਕਰਕੇ, ਉਹੀ ਲਿਆ ਕੇ ਆਪਾਂ ਭੇਟਾ ਕਰ ਦਿੰਦੇ ਹਾਂ। ਹਾਂ, ਜਿੱਥੇ ਕੋਈ ਸਾਫ ਜਗ੍ਹਾ ਵੈਸੇ ਛੇਤੀ ਮਿਲੇਗੀ ਨਹੀਂ ਤੁਹਾਨੂੰ,
ਵਿੱਚ ਇਸ ਤਰ੍ਹਾਂ ਦੀ ਕੋਈ ਸੁਚਨਤਾ ਵਾਲੀ ਗੱਲ ਹੋਵੇ ਉੱਥੋਂ ਲਿਆਓ ਤੇ ਕੋਈ ਮਾੜੀ ਗੱਲ ਨਹੀਂ ਹੈ। ਚਾਹੀਦਾ ਤਾਂ ਇਹ ਕੜਾਹ ਪ੍ਰਸ਼ਾਦੀ ਦੇਗ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ, ਪਰ ਜੇ ਲਿਆਉਣਾ ਵੀ ਹੈ ਤਾਂ ਉਹਦੀ ਪਹਿਲਾਂ ਖਿਆਲ ਰੱਖਿਆ ਜਾਵੇ ਪੂਰਾ। ਆਪਾਂ ਉਹੀ ਭੇਟਾ ਕਰ ਦੇਣੇ ਆ ਮਹਾਰਾਜ ਨੂੰ ਲਿਆ ਕੇ, ਕਿਵੇਂ ਸਾਡਾ ਭਲਾ ਹੋਵੇਗਾ ਦੱਸੋ। ਇਹ ਗੱਲਾਂ ਬੜੀਆਂ ਬਰੀਕ ਨੇ, ਆਪਾਂ ਮੰਨਦੇ ਤੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਪਰ ਸਾਡੇ ਅੰਦਰ ਨਹੀਂ ਇਹ ਗੱਲਾਂ ਆਈਆਂ। ਤੋ ਭਗਤ ਰਵਿਦਾਸ ਜੀ ਫਰਮਾਨ ਕਰਦੇ ਨੇ, ਚੰਦਨ ਆਪਾਂ ਉਹਨੂੰ ਲਿਆ ਕੇ ਕਹਿੰਦੇ ਰਗੜ ਕੇ ਛਿੜਕਾ ਕਰੋ ਪਰਫਿਊਮ, ਪਰ ਉਹ ਤਾਂ ਪਹਿਲਾਂ ਸੱਪ ਨੇ ਮੈਲਾ ਕੀਤਾ ਹੋਇਆ ਹੈ, ਜੂਠਾ ਕੀਤਾ ਹੋਇਆ। ਮੈਲਾਗਰ ਬੇਰੇ ਹੈ ਭੁਜੰਗਾ, ਭੁਜੰਗ ਨਾਮ ਸੱਪ ਦਾ ਹੈ। ਜਾਪ ਸਾਹਿਬ ਵਿੱਚ ਆਉਂਦੇ ਨਾ ਭੁਜੰਗ ਛੰਦ, ਉਹ ਭੁਜੰਗ ਦਾ ਮਤਲਬ ਵੀ ਸੱਪ ਹੀ ਹੈ, ਸੱਪ ਦੀ ਚਾਲ ਵਾਲਾ ਛੰਦ। ਜਿਵੇਂ ਸੱਪ ਚੱਲਦਾ ਹੈ ਨਾ, ਸੱਪ ਕਦੇ ਸਿੱਧਾ ਨਹੀਂ ਜਾਂਦਾ, ਟੇਢਾ ਚੱਲਦਾ ਹੈ, ਵਲ ਪਾ ਕੇ ਚੱਲਦਾ ਨਾ, ਉਸੇ ਤਰ੍ਹਾਂ ਉਹਦੀ ਚਾਲ ਹੈ ਉਹਨੂੰ ਸ਼ਬਦ ਨੂੰ ਪੜ੍ਹਨ ਦੀ। ਭੁਜੰਗ ਪ੍ਰਿਆਤ ਛੰਦ, ਉਹਨੂੰ ਉਸੇ ਤਰ੍ਹਾਂ ਪੜ੍ਹਨਾ ਜਿਵੇਂ ਸੱਪ ਦੀ ਚਾਲ ਵਿੰਗੀ ਹੁੰਦੀ ਹੈ, ਟੇਢੀ, ਟੇਢਾ ਚੱਲਦਾ ਦੌੜਦਾ ਹੈ, ਉਸੇ ਤਰ੍ਹਾਂ। ਮੈਲਾਗਰ ਵੇਰੇ ਹੈ ਭੁਜੰਗਾ, ਚੰਦਨ ਨੂੰ ਆ ਕੇ ਸੱਪਾਂ ਨੇ ਮੈਲਾ ਕੀਤਾ ਹੈ, ਉਹਦੇ ਨਾਲ ਲਿਪਟੇ ਰਹਿੰਦੇ ਨੇ। ਬਿਖ ਅੰਮ੍ਰਿਤ ਵਸੇ ਇੱਕ ਸੰਗਾ, ਬਿਖ ਅਤੇ ਅੰਮ੍ਰਿਤ ਸਮੁੰਦਰ ਦੇ ਵਿੱਚ ਇਹ ਦੋਵੇਂ ਚੀਜ਼ਾਂ ਹਨ, ਜ਼ਹਿਰ ਤੇ ਅੰਮ੍ਰਿਤ ਦੋਵੇਂ ਇਕੱਠੀਆਂ ਹਨ। ਵਾਹ! ਭਗਤ ਰਵਿਦਾਸ ਜੀ ਫਰਮਾਨ ਕਰਦੇ ਨੇ ਕਿ ਮਨੁੱਖ ਦੇ ਅੰਦਰ ਵੀ ਦੇਖੋ ਪਰਮਾਤਮਾ ਦਾ ਨੂਰ ਵੀ ਹੈ ਔਰ ਵਿਸ਼ੇ ਵਿਕਾਰਾਂ ਦੀ ਜ਼ਹਿਰ ਵੀ ਹੈ, ਅੰਦਰ ਹੀ ਵਸ ਰਹੇ ਨੇ ਦੋਵੇਂ ਚੀਜ਼ਾਂ। ਦੋਵਾਂ ਚੀਜ਼ਾਂ ਦਾ ਵਾਸਾ ਇੱਕੋ ਥਾਂ ਤੇ, ਤੂੰ ਚੁਣਨਾ ਕਿਹਨੂੰ ਹੈ ਬਸ। ਜੇ ਅੰਮ੍ਰਿਤ ਨੂੰ ਚੁਣ ਲੇਗਾ ਸੁੱਚਾ ਹੋ ਜਾਵੇਗਾ, ਜ਼ਹਿਰ ਨੂੰ ਚੁਣ ਲਵੇਗਾ ਤੇ ਮੈਲਾ ਹੋ ਜਾਵੇਗਾ। ਧੂਪ ਦੀਪ ਨਹੀਂ ਵੇਦੈ ਵਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਧੂਪ ਜਗਾਣੀ ਦੀਵਾ ਲਾਣਾ, ਨਹੀਂ ਵੇਦੈ ਕੜਾਹ ਪ੍ਰਸ਼ਾਦ ਜਿਹੜਾ ਕਰਕੇ ਰੱਖਣਾ, ਹਲਵਾ ਤਿਆਰ ਕਰਕੇ। ਇਹ ਵੈਸੇ ਤੇ ਉਹ ਠਾਕਰ ਖਾਂਦਾ ਨਹੀਂ, ਉਹਨੂੰ ਤੇ ਵਾਸ਼ਨਾ ਹੀ ਦਿੱਤੀ ਜਾਂਦੀ ਤਿਆਰ ਕਰਕੇ, ਛਕ ਤਾਂ ਕੋਈ ਹੋਰ ਹੀ ਲੈਂਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਕੈਸੇ ਪੂਜ ਕਰੈ ਤੇਰੀ ਦਾਸਾ, ਪਰ ਮੇਰਾ ਮਨ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ। ਜਿਵੇਂ ਭਗਤ ਕਬੀਰ ਸਾਹਿਬ ਦੇ ਨਾਲ ਇੱਕ ਵਾਰੀ ਚਰਚਾ ਹੋਈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹ ਦੁਨੀਆ ਦੇ ਲੋਕੋ, ਇਹ ਜਿਹੜਾ ਠਾਕੁਰ ਨੂੰ ਭੋਗ ਲਵਾਉਂਦਾ ਨਾ ਪੰਡਤ, ਇਹਨੇ ਤੇ ਪਖੰਡ ਰਚਿਆ, ਖਾ ਸਾਰਾ ਕੁਝ ਆਪ ਹੀ ਜਾਂਦਾ ਹੈ। ਉਹਨਾਂ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਣ ਕੋ ਪਾਤੀ ਤੋਰੈ ਸੋ ਪਾਣ ਨਰ ਜੀਓ। ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ ਰਹਾਓ। ਬ੍ਰਹਮ ਪਾਤੀ ਵਿਸ਼ਨਦਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤਖ ਤੋਰੈ ਕਰੇ ਕਿਸ ਕੀ ਸੇਓ। ਪਾਖਾਨ ਗੜ ਕੇ ਮੂਰਤੀਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸਾਚੀ ਹੈ ਤੋ ਗੜਨਹਾਰੇ ਖਾਓ। ਪਾਤ ਪਹੀਤਰ ਲਾਵਸੀ ਕਰ ਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ। ਹੁਣ ਸਾਰੇ ਸ਼ਬਦ ਦੀ ਆਪਾਂ ਵਿਆਖਿਆ ਨਹੀਂ ਕਰ ਸਕਦੇ, ਇੱਥੇ ਇਹ ਪੰਕਤੀਆਂ ਜਿਹੜੀਆਂ, ਭਾਤ ਪਹੀਤਰ ਲਾਵਸੀ ਕਰ ਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ। ਉਹ ਪੰਡਤ ਨੇ ਕਈ ਤਰ੍ਹਾਂ ਦੇ ਭੋਜਨ ਲਿਆ ਕੇ ਹਲਵਾ ਤਿਆਰ ਕਰਕੇ ਅੱਗੇ ਰੱਖਤਾ, ਮਾੜਾ ਜਿਹਾ ਠਾਕੁਰ ਦੀ ਮੂਰਤੀ ਦੇ ਮੂੰਹ ਨੂੰ ਲਾ ਦਿੱਤਾ ਮਿੱਠਾ ਖੀਰ ਜਾਂ ਹਲਵਾ ਜਿਹੜਾ ਤਿਆਰ ਕੀਤਾ ਸੀ। ਮੁੜ ਕੇ ਸਾਰਾ ਕੁਝ ਆਪ ਖਾ ਲਿਆ ਤੇ ਮੂਰਤੀ ਦੇ ਮੂੰਹ ਨੂੰ ਸਵਾਹ ਲਾ ਦਿੱਤੀ, ਕਿਉਂਕਿ ਮਿੱਠਾ ਲਾਇਆ ਸੀ, ਜਿੱਥੇ ਮਿੱਠਾ ਹੋਵੇ ਤੇ ਫਿਰ ਕੀੜੀਆਂ ਆਉਣ ਲੱਗ ਜਾਂਦੀਆਂ ਨੇ। ਉਹ ਪੰਡਤ ਫਿਰ ਮੁੜ ਕੇ ਕੀ ਕਰਦਾ, ਉੱਥੇ ਮੂਰਤੀ ਦੇ ਮੁਖ ਨੂੰ ਸਵਾਹ ਲਾ ਦਿੰਦਾ। ਭਾਤ ਪਹੀਤਰ ਲਾਵਸੀ ਕਰ ਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ। ਸ਼ਾਰ ਨਾਮ ਹੈ ਸਵਾਹ ਦਾ। ਮੂਰਤੀ ਦੇ ਮੂੰਹ ਨੂੰ ਤਾਂ ਸਵਾਹ ਲਾਤੀ, ਉਹਦੇ ਬੁੱਲਾਂ ਨੂੰ ਤਾਂ ਸਵਾਹ ਲਾਤੀ, ਖੀਰ ਖੂਰ ਸਾਰਾ ਕੁਝ ਆਪ, ਉਹ ਜਿਹੜਾ ਸਾਜ ਜਿੰਨੇ ਵੀ ਬਣਾਏ ਸੀ ਆਪ ਖਾ ਗਿਆ। ਤੋ ਭਗਤ ਰਵਿਦਾਸ ਜੀ ਕਹਿੰਦੇ, ਹੇ ਨਿਰੰਕਾਰ, ਮੈਂ ਤੇਰੀ ਪੂਜਾ ਕਿਵੇਂ ਕਰਾਂ।
ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇਸ ਤਰ੍ਹਾਂ ਦੇ ਕਰਮ ਕਾਂਡ ਕਰਨੇ ਵੀ ਨਾਂ ਲੈ ਕੇ ਠਾਕਰ ਦਾ ਤੇ ਸ਼ੱਕ ਆਪ ਜਾਣਾ ਸਾਰਾ ਕੁਝ। ਜਿਵੇਂ ਆਪਾਂ ਵੇਖਦੇ ਹਾਂ ਕਈ ਹੁਣ ਕਹਿੰਦੇ ਵੀ ਗੁਰੂ ਦਾ ਲੰਗਰ ਲਾਣਾ ਜੀ, ਮਾਇਆ ਇਕੱਠੀ ਕਰਦੇ ਨੇ ਤੇ ਉਹ ਮਾਇਆ ਨਾਲ ਚਲੋ ਮਾੜਾ ਮੋਟਾ ਲੰਗਰ ਵੀ ਲਾਤਾ, ਮੁੜ ਕੇ ਵੇਖਦੇ ਨੇ ਸਾਨੂੰ ਕੀ ਬਚਿਆ ਹੈ। ਗੱਲ ਲੰਗਰ ਵਾਸਤੇ ਪੈਸਾ ਨਹੀਂ ਸੀ ਇਕੱਠਾ ਕੀਤਾ, ਅਸਲ ਵਿੱਚ ਇਹ ਸੀ ਵੀ ਚਲੋ ਆਪਾਂ ਨੂੰ ਕੀ ਬਚੇਗਾ ਉਹਦੇ ਵਿੱਚੋਂ, ਆਪਾਂ ਇਹ ਕੰਮ ਕਰਨਾ ਹੈ, ਆਪਾਂ ਨੂੰ ਕੀ ਬਚਤ ਹੋਈ ਹੈ। ਗੱਲ ਇਹ ਹੈ, ਇਹ ਗੱਲ ਮਾੜੀ ਹੈ। ਲੰਗਰ ਲਾਣਾ ਮਾੜਾ ਨਹੀਂ ਹੈ, ਪਰ ਉਹਦੇ ਵਿੱਚ ਪ੍ਰਯੋਜਨ ਇਹ ਹੈ ਵੀ ਸਾਨੂੰ ਕੀ ਮਿਲੇਗਾ, ਸਾਨੂੰ ਕੀ ਬਚੇਗਾ। ਉਹ ਗੱਲ ਭਗਤ ਰਵਿਦਾਸ ਜੀ ਇੱਥੇ ਕਰਦੇ ਨੇ। ਬਾਕੀ ਕੋਈ ਰੱਬ ਦੀ ਪੂਜਾ ਕਿਸੇ ਵੀ ਤਰ੍ਹਾਂ ਵੀ ਕਰਦਾ ਹੈ, ਕਿਸੇ ਦਾ ਮਨ ਕਿੱਥੇ ਟਿਕਿਆ ਰਹੇ ਕੋਈ ਗੱਲ ਨਹੀਂ, ਪਰ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਇਹ ਪਰਮਾਤਮਾ ਤੇਰੇ ਦਾਸ ਨੂੰ ਇਹ ਗੱਲ ਭਾਉਂਦੀ ਨਹੀਂ ਹੈ ਵੀ ਤੇਰੇ ਨਾਮ ਤੇ ਮੈਂ ਇਸ ਤਰ੍ਹਾਂ ਦਾ ਪ੍ਰਪੰਚ ਕਰਾਂ, ਇਸ ਤਰ੍ਹਾਂ ਦਾ ਪਖੰਡ ਕਰਾਂ। ਹੁਣ ਕਹਿੰਦੇ ਪੂਜਾ ਮੈਂ ਕਿਵੇਂ ਕਰਾਂਗਾ, ਤਨ ਮਨ ਅਰਪੋਂ ਪੂਜ ਚਰਾਵੋ। ਮੈਂ ਤੇ ਆਪਣਾ ਤਨ ਮਨ ਹੀ ਤੈਨੂੰ ਹਰ ਸਮੇਂ ਦੇ ਦਿੱਤਾ ਹੈ, ਵਕਤੀ ਤੌਰ ਤੇ ਪੂਜਾ ਨਹੀਂ ਕਰਨੀ ਵੀ ਸਵੇਰੇ ਸ਼ਾਮ ਹੀ ਕਰਨੀ ਹੈ। ਮੈਂ ਤਾਂ ਆਪਣਾ ਤਨ ਮਨ ਹੀ ਤੈਨੂੰ ਭੇਟਾ ਕਰ ਦਿੱਤਾ, ਇਹੀ ਪੂਜਾ ਕਰ ਦਿੱਤੀ। ਭਾਵ ਤਨ ਮਨ ਨਾਲ ਉਹਦੇ ਗੁਣ ਗਾਣੇ, ਗੁਰ ਪ੍ਰਸਾਦ ਨਰੰਜਨ ਪਾਵੋ। ਇਹ ਗੁਰੂ ਦੀ ਕਿਰਪਾ ਹੋਈ ਹੈ। ਜਦੋਂ ਕੋਈ ਤਨ ਮਨ ਨਾਲ ਗੁਰੂ ਦੇ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਗੁਰੂ ਦੀ ਕਿਰਪਾ ਨਾਲ ਉਹਨੂੰ ਰੱਬ ਜ਼ਰੂਰ ਮਿਲਦਾ ਹੈ। ਇਹਨਾਂ ਕਰਮ ਕਾਂਡਾਂ ਕਰਨ ਵਾਲਿਆਂ ਨੂੰ ਰੱਬ ਨਹੀਂ ਮਿਲਦਾ। ਰੱਬ ਮਿਲਦਾ ਹੈ ਜਿਹੜਾ ਉਹਦੀ ਸਿਫਤ ਸਲਾਹ ਵਿੱਚ ਜੁੜ ਜਾਂਦਾ ਹੈ, ਤਨ ਮਨ ਗੁਰੂ ਦੇ ਗੁਣ ਗਾਉਂਦਾ। ਪੂਜਾ ਅਰਚਾ ਆਏ ਨਾ ਤੋਰੀ, ਕਹਿ ਰਵਿਦਾਸ ਕਵਣ ਗਤ ਮੋਰੀ। ਮੈਨੂੰ ਇਸ ਤਰ੍ਹਾਂ ਦੀ ਪੂਜਾ ਅਰਚਨਾ ਕਰਨੀ ਨਹੀਂ ਆਉਂਦੀ ਹੈ ਮਾਲਕ, ਕਹਿ ਰਵਿਦਾਸ ਕਵਣ ਗਤ ਮੋਰੀ। ਮੇਰੀ ਕੀ ਗਤ ਹੋਵੇਗੀ। ਭਾਵ ਭਗਤ ਰਵਿਦਾਸ ਜੀ ਪਹਿਲਾਂ ਇਹਦਾ ਦੱਸਦਾ ਹੈ